ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਈ ਦਿਨਾਂ ਦੇ ਨਿੱਜੀ ਰੁਝੇਵਿਆਂ ਤੋਂ ਬਾਅਦ ਅੱਜ ਆਪ ਜੀ ਦੀ ਸੇਵਾ ਵਿੱਚ ਫਿਰ ਗੁਰਬਾਣੀ ਵਿਚਾਰ ਲੈ ਕੇ ਹਾਜ਼ਰ ਹੋਇਆ ਹਾਂ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਸ਼ਬਦ ਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਜੋ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਇਸ ਜੀਵ ਦੇ ਅੰਤਰ ਦੇ ਵਿੱਚ ਪੈਦਾ ਕਰਦਾ ਹੈ, ਉਹ ਗੁਰੂ ਹੈ। ਗੁਰੂ ਦੇ ਦੂਸਰੇ ਮਾਇਨੇ ਗੁਰ ਦੇਣ ਵਾਲਾ, ਗੁਰ ਯਾਨੀ ਕਿ ਨੁਕਤਾ, ਜਿਹਨੂੰ ਸਮਝ ਕੇ ਇਹ ਇਨਸਾਨ ਆਪਦੇ ਕੰਮ ਦੇ ਵਿੱਚ ਅੱਗੇ ਵੱਧਦਾ ਹੈ। ਅਲੱਗ ਅਲੱਗ ਜੋ ਸਾਡੇ ਕੰਮ ਹਨ, ਜਿਸमें ਖੇਤੀ ਦਾ ਕੰਮ ਹੈ, ਕਾਰੀਗਰੀ ਦਾ ਕੰਮ ਹੈ, ਇਸ ਤਰ੍ਹਾਂ ਪੜ੍ਹਾਈ ਦੇ ਜਿਵੇਂ ਕੰਮ ਹਨ, ਉਹਨਾਂ ਦੇ ਵਿੱਚ ਅੱਗੇ ਵਧਣ ਵਾਸਤੇ ਜੋ ਗੁਰ ਸਿਖਾਏ ਜਾਂਦੇ ਹਨ, ਉਹਨਾਂ ਨੂੰ ਸਿਖਾਉਣ ਵਾਲੇ ਨੂੰ ਵੀ ਗੁਰੂ ਕਿਹਾ ਜਾਂਦਾ ਹੈ। ਜਦੋਂ ਅਸੀਂ ਅਧਿਆਤਮਕ ਦੀ ਯਾਤਰਾ 'ਤੇ ਚੱਲਣਾ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਕਿਸੇ ਐਸੇ ਅਨੁਭਵੀ ਮਾਰਗਦਰਸ਼ਕ ਦੀ ਜ਼ਰੂਰਤ ਹੁੰਦੀ ਹੈ। ਅਲੱਗ ਅਲੱਗ ਸਮੇਂ ਅਨੁਸਾਰ ਮਹਾਂਪੁਰਸ਼ਾਂ ਨੇ ਬੰਦਗੀ ਕਰਕੇ ਉਸ ਪਰਮਾਤਮਾ ਦੇ ਦਰਸ਼ਨ ਕੀਤੇ, ਜਿਨ੍ਹਾਂ ਨੂੰ ਆਤਮ ਸਾਖਾਤਕਾਰ ਹੋਏ ਸੰਤ ਮਹਾਂਪੁਰਸ਼ ਕਿਹਾ ਜਾਂਦਾ ਹੈ। ਜਿਹੜੇ ਮਹਾਂਪੁਰਸ਼ਾਂ ਦਾ ਆਤਮ ਸਾਖਾਤਕਾਰ ਹੋ ਜਾਂਦਾ ਹੈ, ਉਹਨਾਂ ਨੂੰ ਪਰਮਾਤਮਾ ਤੋਂ ਆਕਾਸ਼ਵਾਣੀ ਰਾਹੀਂ ਆਂਤਰਿਕ ਤੌਰ 'ਤੇ ਬਾਣੀ ਅਵਤਰਿਤ ਹੋਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਉਹ ਬਾਣੀ ਪਰਮਾਤਮਾ ਤੋਂ ਆਈ ਹੋਈ ਜਗਤ ਕਲਿਆਣ ਵਾਸਤੇ ਉਹਨਾਂ ਸੰਤਾਂ ਨੂੰ ਦਿੱਤੀ ਜਾਂਦੀ ਹੈ, ਜਿਨ੍ਹਾਂ ਸੰਤਾਂ ਦੇ ਰਾਹੀਂ ਪਰਮਾਤਮਾ ਇਸ ਸਮਾਜ ਦਾ ਭਲਾ ਕਰਨਾ ਚਾਹੁੰਦਾ ਹੈ। ਜਾਂ ਇਸ ਤਰ੍ਹਾਂ ਸਮਝੋ ਕਿ ਜਿਨ੍ਹਾਂ ਮਹਾਂਪੁਰਸ਼ਾਂ ਨੇ ਪਰਮਾਤਮਾ ਦੀ ਬੰਦਗੀ ਕੀਤੀ ਹੈ, ਉਹਨਾਂ ਦੀ ਪਰਮਾਤਮਾ ਇਹ ਸੇਵਾ ਲਾਉਂਦਾ ਹੈ ਕਿ ਜੋ ਜੀਵ ਮੈਨੂੰ ਮਿਲਣਾ ਚਾਹੁੰਦੇ ਹਨ, ਮੈਨੂੰ ਪਾਉਣਾ ਚਾਹੁੰਦੇ ਹਨ, ਮੈਨੂੰ ਸਮਝਣਾ ਚਾਹੁੰਦੇ ਹਨ, ਤੁਸੀਂ ਉਹਨਾਂ ਨੂੰ ਇਸ ਬਾਣੀ ਦੇ ਰਾਹੀਂ ਰਸਤਾ ਦੱਸਣਾ ਹੈ, ਸੇਧ ਦੇਣੀ ਹੈ। ਇਹ ਜੋ ਸ਼ਬਦ ਆਪਾਂ ਪੜ੍ਹਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ, ਇਸ ਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਜੋ ਗਿਆਨ ਹੈ ਉਹ ਗੁਰੂ ਹੈ।
बाणी गुरु यानी ज्ञान गुरु है बाणी। और जिस तो असी रस्ता लेना है वो गुरु जो है वो ज्ञान है। बाणी गुरु है बाणी, विच बाणी अमृत सारे। जो संतां दी बाणी है, जो गुरुआं दी बाणी है, उस दे विच अमृत तो भाव ये है कि इस जीव दे अंदरों मृत्यु का भै खत्म हो जाना। बंदगी वाले मौत तो नहीं डरते, क्योंकि मौत इस संसार की, इस जीवन की अटल सच्चाई है। इस तो निर्भय होकर चलना अमृता का प्राप्त होना है। क्योंकि इस मनुष्य नूं, इस शरीर नूं परमेश्वर ने आपदा अंश दिता है, आत्मा के रूप दे विच। इस शरीर नूं साधन दिते हैं, मन दिता है, बुद्धि दिती है, विचार दिते हैं, संकल्प दिते हैं। उन्हां सारिਆਂ ਦਾ कर्म यह है कि इस आत्मा नूं उस परम तत्त तक पहुँचाउणा। यानी आत्मा नूं जो असी अमर गिणदे हाँ, उस आत्मा नूं उसदे मूल परम तत्त तक पहुँचाउणा, ये जो है ये इस जीव का कर्म है। और बाणी दे राही इस आत्मा नूं परम तक पहुँचाउण का जो रस्ता मिलता है, उस वास्ते कहा गया है कि विच बाणी अमृत सारे। गुरबाणी कहे सेवक जन माने। गुरबाणी, इत्थे जो गुर शब्द है उसनूं असी दो अर्थां दे विच समझ सकते हाँ। गुर एक तो गुरु वास्ते भी शब्द गुर वरत्या जाता है, और एक नुकते वास्ते भी शब्द वरत्या जाता है गुर। गुरबाणी, बाणी ज्ञान, ज्ञान के नुकते नूं अपना के गुर बाणी कहे। ज्ञान के नुकते नूं मन के सेवक जन माने। हुण सेवक तो इत्थे भाव ये है कि ये जो शरीर है ये सेवक है, लेकिन सेवक किसदा है? ये सेवक है उस आत्मा का जिसनूं सार संभाल करके रखण की जिम्मेवारी इस शरीर की है। इस शरीर नूं ये सेवा बख्शी गई है कि इस आत्मा की सेवा करनी है, और उस सेवा करके इस आत्मा नूं परम तत्त तक वापस पहुँचाउणा है। गुरबाणी कहे सेवक जन माने, प्रतक्ष गुरु निस्तारे। हुण प्रतक्ष गुरु जो संत महापुरुष होए हन, उन्हां नूं बाणी अवतरित हुई। वो बाणी उन्होंने दर्ज की, अपने अनुयायियों नूं, अपने मुरीदां नूं वो समझाई। उन्हां मुरीदां ने अगे बाणी का फैलाव किया। इसे तरह आदि श्री गुरु ग्रंथ साहिब जी नूं गुरु गोबिंद सिंह महाराज जी ने प्रतक्ष गुरु का रुतबा दे के सन 1765 ईस्वी दे विच नंदेड़ साहब
ਗੋਦਾਵਰੀ ਦੇ ਕੰਢੇ 'ਤੇ 5 ਪੈਸੇ ਔਰ ਨਾਰੀਅਲ ਦੇ ਕੇ ਪ੍ਰਤੱਖ ਗੁਰੂ ਦਾ ਰੁਤਬਾ ਦਿੱਤਾ, ਜੀਵੰਤ ਗੁਰੂ ਦਾ ਰੁਤਬਾ ਦਿੱਤਾ। ਔਰ ਇਸ ਦੇ ਵਿੱਚ ਜਿਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਗ੍ਰੰਥ ਨੂੰ ਸ਼ੁਰੂ ਦੇ ਵਿੱਚ ਪੋਥੀ ਕਿਹਾ ਜਾਂਦਾ ਸੀ, ਉਸ ਪੋਥੀ ਦੇ ਰੂਪ ਦੇ ਵਿੱਚ ਇਸ ਨੂੰ ਜੋ ਉਸ ਵਕਤ ਜੋ ਗੁਰੂ ਸਾਹਿਬ ਹੋਏ ਹਨ ਦੀ ਜੋ ਬਾਣੀ ਅਵਤਰਿਤ ਹੋਈ ਸੀ, ਉਹ ਬਾਣੀ ਜੋ ਹੈ ਉਹ ਦਰਜ ਕੀਤੀ। ਇਸ ਤੋਂ ਇਲਾਵਾ ਭਾਰਤ ਦੇ ਅਲੱਗ-ਅਲੱਗ ਸੂਬਿਆਂ ਦੇ 15 ਭਗਤਾਂ, ਸੂਫੀ ਸੰਤਾਂ, ਜਿਨ੍ਹਾਂ ਦੇ ਵਿੱਚ ਸ਼ੇਖ ਫਰੀਦ, ਕਬੀਰ ਸਾਹਿਬ, ਭਗਤ ਰਵਿਦਾਸ ਜੀ, ਧੰਨਾ ਜੀ, ਪੀਪਾ ਜੀ, ਤਰਲੋਚਨ ਜੀ, ਇਸ ਤਰ੍ਹਾਂ ਦੇ ਜਿੰਨੇ ਵੀ ਉਸ ਵਕਤ ਤੋਂ ਪਹਿਲਾਂ ਮਹਾਂਪੁਰਸ਼ ਹੋਏ ਹਨ, ਉਹਨਾਂ ਸਾਰਿਆਂ ਦੀ ਜੋ ਬਾਣੀ ਹੈ ਉਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੇ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵੰਤ ਗੁਰੂ ਦਾ ਰੁਤਬਾ ਦਿੱਤਾ। ਔਰ ਨਾਲ ਇਹ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਹੀ ਸਾਰੇ ਸੰਸਾਰ ਦੇ ਜੀਵੰਤ ਗੁਰੂ ਹਨ। ਜੋ ਪ੍ਰਤੱਖ ਗੁਰੂ ਨਿਸਤਾਰੇ ਦਾ ਭਾਵ ਹੈ ਕਿ ਉਸ ਵਕਤ ਜੋ ਸੰਤ ਮਹਾਂਪੁਰਸ਼ ਹੋਏ, ਉਹਨਾਂ ਦੇ ਸੈਂਕੜੇ ਹਜ਼ਾਰਾਂ ਮੁਰੀਦਾਂ ਦੀ ਜੋ ਸ਼ੰਕਾਵਾਂ ਹੁੰਦੀਆਂ ਸਨ, ਉਹਨਾਂ ਸਾਰੀਆਂ ਨੂੰ ਉਹਨਾਂ ਸੰਤਾਂ ਨੇ, ਭਗਤਾਂ ਨੇ ਨਿਵਾਰਨ ਕੀਤਾ। ਔਰ ਉਹ ਜੋ ਸਵਾਲ ਜਵਾਬ ਉਹਨਾਂ ਦੇ ਅਧਿਆਤਮਿਕ ਦੇ ਨਾਲ ਸੰਬੰਧਿਤ ਸਨ, ਉਹ ਸਾਰੇ ਸਵਾਲਾਂ ਜਵਾਬਾਂ ਦਾ ਜੋ ਇੱਕ ਇਕੱਠ ਹੋਇਆ, ਇੱਕ ਸਮੂਹ ਹੋਇਆ, ਉਹ ਸਾਰੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਹਾ ਹੈ। ਔਰ ਇਸ ਦੇ ਵਿੱਚ ਦਰਜ ਸਾਰੇ ਹੀ ਸ਼ੰਕਾਵਾਂ ਦਾ ਨਿਵਾਰਨ ਹੋਣ ਕਰਕੇ ਇਸ ਨੂੰ ਪ੍ਰਤੱਖ ਗੁਰੂ ਦਾ ਰੁਤਬਾ ਦਿੱਤਾ ਗਿਆ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਆਪ ਜੀ ਲਾਈਕ ਵੀ ਕਰਦੇ ਹੋ ਅਤੇ ਸ਼ੇਅਰ ਵੀ ਕਰਦੇ ਹੋ। ਇਸੇ ਤਰ੍ਹਾਂ ਹੀ ਮੈਂ ਆਪ ਦੀ ਸੇਵਾ ਕਰਦਾ ਰਹਾਂਗਾ।